Hello everyone, my name is Sarabjit Singh, vocational trainer, physical education and sports at Government Senior Secondary School, Taliwal Bait, District Kapurthala। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਭਾਰਤ ਸਰਕਾਰ ਦੁਆਰਾ ਹਰੇਕ ਸਟੇਟ ਵਿੱਚ ਸਕਿੱਲ ਇੰਡੀਆ ਦਾ ਪ੍ਰੋਜੈਕਟ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ NSQF ਦੇ ਗੌਰਮੈਂਟ ਸਕੂਲ ਦੇ ਵਿੱਚ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਤਹਿਤ ਬਹੁਤ ਹੀ ਅਲੱਗ-ਅਲੱਗ ਟ੍ਰੇਡਸ ਜਿਨ੍ਹਾਂ ਵਿੱਚ ਬੱਚੇ ਪੜ੍ਹਾਈ ਕਰ ਰਹੇ ਨੇ, ਇਹਨਾਂ ਵਿੱਚੋਂ ਇੱਕ ਟ੍ਰੇਡ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਹੈ, ਜੋ ਕਿ ਖੇਡਾਂ ਨਾਲ ਸੰਬੰਧਿਤ ਹੈ। ਇਸ ਵਿੱਚ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਬਾਰੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਨੂੰ ਜਾਣਕਾਰੀ ਵਿੱਚ ਵਾਧਾ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਖੇਡਾਂ ਵਿੱਚ ਭਾਗ ਲੈ ਸਕਦਾ ਹੈ ਜਾਂ ਖੇਡਾਂ ਦੇ ਖੇਤਰ ਵਿੱਚ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ। ਇਹ ਸਭ ਕੁਝ ਇਸ ਟ੍ਰੇਡ ਵਿੱਚ ਬੱਚੇ ਸਿੱਖਦੇ ਹਨ। ਅੱਜ ਦਾ ਟੌਪਿਕ ਹੈ ਟੀਚਿੰਗ ਐਂਡ ਲਰਨਿੰਗ। ਇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਟੀਚਿੰਗ ਕੰਮ ਕਰਦੀ ਹੈ, ਕਿਸ ਤਰ੍ਹਾਂ ਸਿਖਾਇਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਸਿੱਖਿਆ ਜਾਂਦਾ ਹੈ, ਇਸ ਬਾਰੇ ਅਸੀਂ ਪੜ੍ਹਾਂਗੇ ਜਾਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਟੀਚਿੰਗ ਐਂਡ ਲਰਨਿੰਗ ਦਾ ਪ੍ਰੋਸੈਸ ਕੀ ਹੈ। ਇਸ ਦੇ ਬਾਰੇ ਅਸੀਂ ਅਗਲੀ ਸਲਾਈਡ 'ਚ ਦੇਖਦੇ ਹਾਂ। What is teaching ਜਾਂ definition of teaching? Teaching is an active process in which person share information other and provide with information to make behavioral changes। ਇਸ ਵਿੱਚ ਦੱਸਿਆ ਗਿਆ ਹੈ ਕਿ ਅਧਿਆਪਨ ਇੱਕ ਕਿਰਿਆਸ਼ੀਲ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਵਿਅਕਤੀ ਦੂਸਰੇ ਦੇ ਵਤੀਰੇ ਵਿੱਚ ਤਬਦੀਲੀਆਂ ਕਰਨ ਲਈ ਜਾਣਕਾਰੀ ਪ੍ਰਦਾਨ ਕਰਨ ਲਈ ਜਾਣਕਾਰੀ ਇੱਕ ਦੂਸਰੇ ਨਾਲ ਸਾਂਝੀ ਕਰਦਾ ਹੈ, ਜਾਂ ਕਿ ਕੁਛ ਵੀ ਤੁਸੀਂ ਹਰੇਕ ਆਦਮੀ ਕਿਤੇ ਨਾ ਕਿਤੇ ਸਿੱਖਦਾ ਹੈ, ਆਪਣੇ ਜੀਵਨ ਵਿੱਚ ਕਿਤੇ ਨਾ ਕਿਤੇ ਜਾਣਕਾਰੀ ਲੈਂਦਾ ਹੈ, ਤਾਂ ਜੋ ਵੀ ਜਾਣਕਾਰੀ ਜਿਹਦੇ ਦੁਆਰਾ ਅਸੀਂ ਪ੍ਰਾਪਤ ਕਰਦੇ ਹਾਂ ਉਸ ਨੂੰ ਆਪਾਂ ਟੀਚਿੰਗ ਕਹਿੰਦੇ ਹਾਂ, ਜੋ ਅਸੀਂ ਸਿੱਖਦੇ ਹਾਂ। ਉਸ ਤੋਂ ਬਾਅਦ ਲਰਨਿੰਗ ਕੀ ਹੈ? ਲਰਨਿੰਗ ਇੱਕ ਐਸਾ ਪ੍ਰੋਸੈਸ ਹੈ, ਇੱਕ ਯੋਜਨਾਬੱਧ ਗੱਲਬਾਤ ਹੈ ਜੋ ਇੱਕ ਵਿਵਹਾਰਵਾਦੀ ਤਬਦੀਲੀ ਨੂੰ ਉਤਸ਼ਾਹਿਤ ਕਰਦੀ ਹੈ। ਜੋ ਨਤੀਜਾ ਪ੍ਰਪੱਕ ਅਤੇ ਸੰਯੋਗ ਨਹੀਂ ਹੁੰਦਾ ਉਸ ਨੂੰ ਅਸੀਂ ਲਰਨਿੰਗ ਕਹਿੰਦੇ ਹਾਂ। ਇਸ ਵਿੱਚ ਅਧਿਆਪਕ ਜੋ ਵੀ ਬੱਚੇ ਨੂੰ ਪੜ੍ਹਾਉਂਦਾ ਹੈ, ਜੋ ਵੀ ਬੱਚਾ ਸਿੱਖਦਾ ਹੈ, ਸਿੱਖਣ ਲਈ ਉਹ ਸਹੀ ਵਾਤਾਵਰਨ ਪੈਦਾ ਕਰਦਾ ਹੈ। ਬੱਚੇ ਦਾ ਇੱਕ ਫੋਕਸ ਚੈੱਕ ਕਰਦਾ ਕਿ ਬੱਚੇ ਨੇ ਕਿੰਨਾ ਕੁ ਸਿੱਖਿਆ ਹੈ, ਕਿੰਨਾ ਕੁ ਬੱਚਾ ਫੋਕਸ ਕਰ ਰਿਹਾ ਹੈ ਸਿੱਖਣ ਲਈ। ਉਸ ਚੀਜ਼ ਨੂੰ ਆਪਾਂ ਲਰਨਿੰਗ ਕਹਿੰਦੇ ਹਾਂ। ਲਰਨਿੰਗ ਇੱਕ ਪਲੈਨਿੰਗ ਦਾ ਵੀ ਹਿੱਸਾ ਹੈ ਕਿ ਜੋ ਵੀ ਆਪਾਂ ਬੱਚੇ ਨੂੰ ਸਿਖਾਉਣਾ ਹੈ, ਬੱਚੇ ਦੇ ਪ੍ਰਤੀ ਟੀਚ ਕੀਤਾ ਹੈ, ਜੋ ਬੱਚਾ ਸਿੱਖਦਾ ਪਿਆ ਹੈ, ਉਹ ਬੱਚੇ ਨੂੰ ਉਸ ਦਾ ਕਿੰਨਾ ਕੁ ਤਿਆਰ ਕੀਤਾ ਹੈ, ਬੱਚੇ ਦੇ ਉਸ ਦਾ ਕਿੰਨਾ ਕੁ ਪ੍ਰਭਾਵ ਪਿਆ ਹੈ, ਉਸ ਨੂੰ ਆਪਾਂ ਲਰਨਿੰਗ ਕਹਿੰਦੇ ਹਾਂ। ਔਰ ਇਸ ਤੋਂ ਬਾਅਦ ਆ ਜਾਂਦਾ ਹੈ ਟੀਚਿੰਗ ਲਰਨਿੰਗ ਪ੍ਰੋਸੈਸ। ਟੀਚਿੰਗ ਲਰਨਿੰਗ ਪ੍ਰੋਸੈਸ ਕੀ ਹੈ? ਟੀਚਿੰਗ ਲਰਨਿੰਗ ਪ੍ਰੋਸੈਸ ਇੱਕ ਇਹ ਤਰੀਕਾ ਹੈ ਜਿਸ ਨੂੰ ਆਪਾਂ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ। ਕਿਸ ਤਰੀਕੇ ਨਾਲ ਪੜ੍ਹਾਉਂਦੇ ਹਾਂ, ਬੱਚਾ ਕਿਸ ਤਰ੍ਹਾਂ ਸਿੱਖਦਾ ਹੈ, ਉਹ ਇੱਕ ਚੀਜ਼ ਉਸ ਨੂੰ ਆਪਾਂ ਟੀਚਿੰਗ ਕਹਿੰਦੇ ਹਾਂ। ਇਸ ਤੋਂ ਬਾਅਦ ਅਸੀਂ
ਦੇਖਦੇ ਹਾਂ ਕਿ ਟੀਚਿੰਗ ਦੇ ਕੁਝ ਨਿਯਮ ਹੁੰਦੇ ਹਨ, ਟੀਚਿੰਗ ਦੇ ਕੋਡ ਆਫ ਕੰਡਕਟ, ਕਿ ਆਪਾਂ ਕਿਸ ਤਰੀਕੇ ਨਾਲ ਇੱਕ ਟੀਚਰ ਇੱਕ ਚੰਗਾ ਬੱਚੇ 'ਤੇ ਪ੍ਰਭਾਵ ਪਾ ਸਕਦਾ ਹੈ। ਉਸ ਬਾਰੇ ਕੁਝ ਨਿਯਮ ਬਣੇ ਹਨ ਜੋ ਕਿ ਇੱਕ ਟੀਚਰ ਨੂੰ ਫੋਲੋ ਕਰਨੇ ਪੈਂਦੇ ਹਨ, ਜਿਸ ਨਾਲ ਬੱਚਾ ਟੀਚਰ ਤੋਂ ਕੁਝ ਚੰਗੀਆਂ ਚੀਜ਼ਾਂ ਸਿੱਖਦਾ ਹੈ ਜੋ ਕਿ ਉਸ ਦੇ ਜੀਵਨ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਸ ਕੋਡ ਆਫ ਕੰਡਕਟ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਪੰਕਚੁਐਲਿਟੀ, ਯਾਨੀ ਕਿ ਸਮੇਂ ਦਾ ਪਾਬੰਦ। ਇੱਕ ਕਾਮਯਾਬ ਟੀਚਰ ਉਹੀ ਹੈ, ਉਹੀ ਅੱਛੀ ਟੀਚਿੰਗ ਦੇ ਸਕਦਾ ਹੈ, ਉਹੀ ਬੱਚੇ ਨੂੰ ਅੱਛਾ ਪੜ੍ਹਾ ਸਕਦਾ ਹੈ ਜੋ ਕਿ ਇੱਕ ਖੁਦ ਚੰਗਾ ਪੰਕਚੁਅਲ ਹੋਵੇ, ਯਾਨੀ ਕਿ ਸਮੇਂ ਦਾ ਪ੍ਰਬੰਧਕ ਹੋਵੇ। ਉਹੀ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇ ਸਕਦਾ ਹੈ। ਜਿਵੇਂ ਕਿ ਅਸੀਂ ਐਗਜ਼ਾਮਪਲ ਦਿੰਦੇ ਹਾਂ ਕਿ ਅਸੀਂ ਅਗਰ ਕਲਾਸ ਦੇ ਵਿੱਚ ਅਸੀਂ ਖੁਦ ਲੇਟ ਜਾਵਾਂਗੇ ਤਾਂ ਉਸ ਦਾ ਪ੍ਰਭਾਵ ਬੱਚੇ 'ਤੇ ਬਹੁਤ ਪੈਂਦਾ ਹੈ। ਬੱਚਾ ਇੱਕ ਅਜਿਹੀ ਚੀਜ਼ ਹੈ ਜੋ ਕਿ ਆਪਣੇ ਟੀਚਰ ਨੂੰ ਹਮੇਸ਼ਾ ਉਸ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਅਗਰ ਅਸੀਂ ਖੁਦ ਹੀ ਕਲਾਸ ਦੇ ਵਿੱਚ ਲੇਟ ਜਾਵਾਂਗੇ ਤਾਂ ਇਸ ਦਾ ਪ੍ਰਭਾਵ ਬੱਚੇ 'ਤੇ ਪਏਗਾ, ਤਾਂ ਬੱਚਾ ਹੀ ਕਲਾਸ ਵਿੱਚ ਲੇਟ ਆਵੇਗਾ। ਸੋ ਸਾਨੂੰ ਸਮੇਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਕੋਈ ਵੀ ਕੰਮ ਹੈ, ਚਾਹੇ ਉਹ ਤੁਹਾਡੀ ਕਲਾਸ ਹੈ ਜਾਂ ਤੁਸੀਂ ਆਫਿਸ ਜਾਣਾ ਹੈ, ਸਕੂਲ ਜਾਣਾ ਹੈ, ਤਾਂ ਇਸ ਲਈ ਸਾਨੂੰ ਉਸ ਦੇ ਪੂਰੇ ਹੀ ਪੰਕਚੁਅਲ ਹੋਣਾ ਪਵੇਗਾ ਅਤੇ ਸਮੇਂ ਦਾ ਪਾਬੰਦ ਹੋਵੇਗਾ, ਤਦ ਅਸੀਂ ਟੀਚਿੰਗ ਦੇ ਵਿੱਚ ਵਧੀਆ ਕਾਮਯਾਬ ਹੋ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਡਰੈਸ ਕੋਡ। ਇੱਕ ਡਰੈਸ ਕੋਡ ਬਹੁਤ ਹੀ ਜ਼ਿਆਦਾ ਇੱਕ ਮਨੁੱਖ 'ਤੇ ਜਾਂ ਸਟੂਡੈਂਟ 'ਤੇ ਜਾਂ ਟੀਚਰ 'ਤੇ ਪ੍ਰਭਾਵ ਪਾਉਂਦਾ ਹੈ। ਸਾਨੂੰ ਹਮੇਸ਼ਾ ਸਕੂਲ ਦੇ ਵਿੱਚ ਟੀਚਿੰਗ ਕਰਦੇ ਸਮੇਂ ਸਾਦਾ ਪਹਿਰਾਵਾ ਪਾਉਣਾ ਚਾਹੀਦਾ ਹੈ ਜੋ ਕਿ ਬੱਚਿਆਂ 'ਤੇ ਅੱਛਾ ਪ੍ਰਭਾਵ ਪਾਉਂਦੇ ਹੈ। ਅਧਿਆਪਕ ਅਜਿਹੀ ਉਦਾਹਰਣ ਪੇਸ਼ ਕਰਨ ਕਿ ਉਹ ਆਪਣੀ ਵਰਦੀ ਸਾਫ ਸੁਥਰੀ, ਵਧੀਆ ਅਤੇ ਸੋਹਣੀ ਪਾਵੇ, ਜਿਸ ਤੋਂ ਇੱਕ ਕੈਜੂਅਲ ਪਹਿਰਾਵਾ ਹੋਣਾ ਚਾਹੀਦਾ ਹੈ ਟੀਚਰ ਦਾ। ਟੀਚਰ ਨੂੰ ਸਿੰਪਲ ਰੰਗ ਕੇ ਰਹਿਣਾ ਚਾਹੀਦਾ ਹੈ। ਸੋ ਬੱਚਿਆਂ 'ਤੇ ਇਸ ਦਾ ਕਾਫੀ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਪੁਆਇੰਟ ਆ ਜਾਂਦਾ ਹੈ ਪ੍ਰੋਫੈਸ਼ਨਲ ਬਿਹੇਵੀਅਰ। ਪ੍ਰੋਫੈਸ਼ਨਲ ਬਿਹੇਵੀਅਰ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਉਸ ਦਾ ਇੱਜ਼ਤ ਮਾਣ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਜਾਂ ਕਿੱਤੇ ਨੂੰ ਅੱਗੇ ਲਿਜਾ ਸਕਦੇ ਹਾਂ। ਉਸ ਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਜੋ ਤੁਹਾਡਾ ਕੰਮ ਹੈ ਉਸ ਨੂੰ ਜ਼ਿੰਮੇਵਾਰੀ ਸਮਝ ਕੇ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਵਧੀਆ ਢਾਂਚਾ ਟੀਚਰ ਤਿਆਰ ਕਰ ਸਕੇ ਦੂਸਰਿਆਂ ਦੇ ਲਈ, ਬੱਚਿਆਂ ਦੇ ਲਈ। ਇਸ ਨੂੰ ਅਸੀਂ ਪ੍ਰੋਫੈਸ਼ਨਲ ਬਿਹੇਵੀਅਰ ਕਹਿੰਦੇ ਹਾਂ। ਅਟੈਂਡੈਂਸ, ਕਿਉਂਕਿ ਵਿਦਿਆਰਥੀ ਉਹਨਾਂ ਦਾ ਹਮੇਸ਼ਾ ਇੰਤਜ਼ਾਰ ਵਿੱਚ ਹੁੰਦੇ ਹਨ ਆਪਣੇ ਟੀਚਰ ਦੇ, ਕਿ ਟੀਚਰ ਹਮੇਸ਼ਾ ਜਦੋਂ ਕਲਾਸ ਦੇ ਵਿੱਚ ਤੁਹਾਡਾ ਕਿਸੇ ਟੀਚਰ ਦਾ ਪੀਰੀਅਡ ਹੁੰਦਾ ਹੈ ਤਾਂ ਬੱਚੇ ਅਕਸਰ ਉਸ ਟੀਚਰ ਦੀ ਵੇਟ ਕਰਦੇ ਹਨ ਕਲਾਸ ਦੇ ਵਿੱਚ। ਤਾਂ ਸਾਨੂੰ ਸਮੇਂ ਸਿਰ ਕਲਾਸ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਹਾਜ਼ਰੀ ਕਲਾਸ ਵਿੱਚ ਰੱਖ ਕੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ, ਤਾਂ ਜੋ ਬੱਚਾ ਵਧੀਆ ਸਿੱਖ ਸਕੇ। ਕਈ ਬੱਚੇ ਆਪਣੇ ਟੀਚਰ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਆਪਣੇ ਸਬਜੈਕਟ ਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਸਮਝਦੇ ਹਨ ਅਤੇ ਜਿਸ ਸਬਜੈਕਟ ਵਿੱਚ ਬੱਚੇ ਦਾ ਇੰਟਰਸਟ ਪੈਦਾ ਹੁੰਦਾ ਹੈ ਤਾਂ ਹਮੇਸ਼ਾ ਬੱਚਾ ਉਸ ਟੀਚਰ ਦੀ ਕਲਾਸ ਵਿੱਚ ਵੇਟ ਕਰਦਾ ਹੈ। ਤਾਂ ਇਸ ਲਈ ਸਾਡੀ ਜਿਹੜੀ ਅਟੈਂਡੈਂਸ ਹੈ ਕਲਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਗੁੱਡ ਕਮਿਊਨੀਕੇਟਰ। ਇੱਕ ਟੀਚਿੰਗ ਦਾ ਸਕਿੱਲ ਹੈ ਕਿ ਇੱਕ ਅੱਛਾ ਕਮਿਊਨੀਕੇਟਰ ਹੋਣਾ, ਬੱਚੇ ਨੂੰ ਚੰਗੀ ਤਰ੍ਹਾਂ ਸੰਚਾਰਕ ਤਰੀਕੇ ਨਾਲ ਸਮਝਾਉਣਾ। ਬੱਚੇ ਕਿਸ ਤਰ੍ਹਾਂ ਸਿੱਖਦੇ ਹਨ, ਕਿਹੜੇ ਤਰੀਕੇ ਨਾਲ ਸਿੱਖਦੇ ਹਨ, ਕਿਹੜਾ ਤਰੀਕਾ ਆਸਾਨ ਹੈ ਕਿ ਬੱਚਾ ਆਪਣੇ ਉਸ ਸਕਿੱਲ ਦੇ ਵਿੱਚ ਮਹੂਰਤ ਹਾਸਲ ਕਰ ਸਕੇ, ਕਿ ਬੱਚਾ ਕਿਸ ਤਰ੍ਹਾਂ ਸਿੱਖਦਾ ਹੈ। ਟੀਚਰ ਨੂੰ ਹਮੇਸ਼ਾ
ਇੱਕ ਅਜਿਹਾ ਤਰੀਕਾ ਵਰਤਣਾ ਚਾਹੀਦਾ ਬਹੁਤ ਹੀ ਸੌਖਾ ਹੋਵੇ ਜਿਹਦੇ ਨਾਲ ਬੱਚੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ, ਬੱਚੇ ਸਿੱਖਣ, ਜਲਦੀ ਸਿੱਖਣ ਅਤੇ ਆਪਣੇ ਖੇਤਰ ਵਿੱਚ ਕਾਮਯਾਬ ਹੋਣ। ਇਸ ਦੇ ਬਹੁਤ ਸਾਰੇ ਤਰੀਕੇ ਹਨ। ਕਈ ਬੱਚੇ ਦੇਖ ਕੇ ਸਿੱਖਦੇ ਹਨ, ਕਈ ਬੱਚੇ ਸੁਣ ਕੇ ਸਿੱਖਦੇ ਹਨ, ਕਈ ਬੱਚੇ ਆ ਜੋ ਤੁਸੀਂ ਖੁਦ ਕਰਕੇ, ਟੀਚਰ ਰੋਲ ਪਲੇ ਕਰਕੇ ਖੁਦ ਸਿਖਾਉਂਦਾ ਹੈ। ਇਹ ਇੱਕ ਬਹੁਤ ਵਧੀਆ ਪ੍ਰਭਾਵੀ ਤਰੀਕਾ ਹੈ। ਕਮਿਊਨੀਕੇਸ਼ਨ ਜਿਹੜੀ ਬੱਚੇ ਦੀ ਹੁੰਦੀ ਹੈ, ਆਪਸ ਵਿੱਚ ਕਮਿਊਨੀਕੇਸ਼ਨ, ਬੱਚੇ ਕੋਲ ਕੁਝ ਸਵਾਲ ਪੁੱਛਣੇ, ਉਹਦੇ ਜਵਾਬ ਦੇਣੇ, ਬੱਚਿਆਂ ਕੋਲ ਫੀਡਬੈਕ ਲੈਣਾ, ਇਹ ਸਾਰਾ ਇੱਕ ਚੰਗੇ ਕਮਿਊਨੀਕੇਟਰ ਦੇ ਹਿੱਸੇ ਹਨ। ਇਸ ਤੋਂ ਬਾਅਦ ਕ੍ਰੀਏਟਿਵ। ਇੱਕ ਟੀਚਰ ਬਹੁਤ ਹੀ ਕ੍ਰੀਏਟਿਵ ਹੋਣਾ ਚਾਹੀਦਾ ਹੈ। ਅਗਰ ਤੁਹਾਡੇ ਕੋਲ ਅੱਛੀ ਕ੍ਰੀਏਟੀਵਿਟੀ ਹੈਗੀ ਹੈ ਤਾਂ ਬੱਚਾ ਸਿੱਖਦਾ ਬਹੁਤ ਵਧੀਆ ਤਰੀਕੇ ਨਾਲ ਹਨ। ਕੋਈ ਅਜਿਹੀਆਂ ਐਗਜ਼ੈਂਪਲਾਂ ਜਾਂ ਕਈ ਇਹੋ ਜਿਹੇ ਡੈਮੋਸਟ੍ਰੇਸ਼ਨ, ਕੋਈ ਇਹੋ ਜਿਹੇ ਉਪਕਰਨ ਇਸਤੇਮਾਲ ਕਰਨੇ, ਉਹ ਬਹੁਤ ਹੀ ਜ਼ਰੂਰੀ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਗਰਾਊਂਡਸ ਦੇ ਵਿੱਚ, ਅਗਰ ਬੱਚੇ ਇੰਟਰਸਟ ਨਹੀਂ ਲੈ ਰਹੇ, ਤੁਸੀਂ ਕਈ ਬੱਚੇ ਹੁੰਦੇ ਹਨ ਜੋ ਕਿ ਬਹੁਤ ਐਕਟਿਵ ਹੁੰਦੇ ਹਨ, ਗਰਾਊਂਡ ਦੇ ਵਿੱਚ ਜਾਂਦਿਆਂ ਸਾਰ ਹੀ ਬਹੁਤ ਜ਼ਿਆਦਾ ਜੋਸ਼ ਨਾਲ, ਪੈਸ਼ਨ ਨਾਲ ਆਪਣਾ ਖੇਡ ਦੇ ਵਿੱਚ ਭਾਗ ਲੈਂਦੇ ਹਨ। ਪਰ ਕੁਛ ਬੱਚੇ ਜੋ ਕਿ ਇੰਨਾ ਇੰਟਰਸਟ ਨਹੀਂ ਲੈਂਦੇ, ਪਰ ਟੀਚਰ ਨੂੰ ਐਕਟੀਵਿਟੀ, ਖੇਡਾਂ ਦੀ ਕੁਛ ਐਕਟੀਵਿਟੀ ਆ ਇੰਨੀ ਜ਼ਿਆਦਾ ਕ੍ਰੀਏਟਿਵ ਕਰ ਦੇਣੀ ਚਾਹੀਦੀ ਆ ਕਿ ਬੱਚੇ ਬਿਨਾਂ ਹਿਚਕਚਾਹਟ ਦੇ ਗਰਾਊਂਡ 'ਚ ਆਉਣ ਅਤੇ ਆਪਣਾ ਖੇਡ ਦੇ ਵਿੱਚ ਭਾਗ ਲੈਣ। ਐਕਟੀਵਿਟੀ ਵਿੱਚ ਕੁਛ ਅਜਿਹਾ ਪਾ ਦਿਓ, ਇਹੋ ਜਿਹੀਆਂ ਐਕਟੀਵਿਟੀਆਂ ਚੇਂਜ ਕਰ ਦਿਓ ਜਿਹਦਾ ਕਿ ਬੱਚਾ ਉਸ ਖੇਡ ਵਿੱਚ ਜਾਂ ਉਸ ਐਕਟੀਵਿਟੀ ਵਿੱਚ ਇੰਟਰਸਟ ਲੈ ਸਕੇ। ਸੋ ਇਸ ਲਈ ਸਾਨੂੰ ਇੱਕ ਟੀਚਿੰਗ ਦੇ ਵਿੱਚ ਕ੍ਰੀਏਟਿਵ ਹੋਣਾ ਚਾਹੀਦਾ ਹੈ ਤਾਂ ਜੋ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਰਟੀਸਪੇਟ ਕਰਨ ਅਤੇ ਆਪਣੀਆਂ ਜੋ ਸਕਿੱਲ ਹਨ ਉਸ ਨੂੰ ਡਿਵੈਲਪਮੈਂਟ ਕਰਨ। ਇਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਫਲੈਕਸੀਬਲ। ਟੀਚਿੰਗ ਇੱਕ ਇਹੋ ਜਿਹਾ ਸਬਜੈਕਟ ਹੈ ਜਾਂ ਟੀਚਿੰਗ ਇਹੋ ਜਿਹੀ ਸਕਿੱਲ ਹੈ, ਇੱਕ ਅਜਿਹਾ ਤਰੀਕਾ ਹੈ, ਕੋਈ ਵੀ ਟੀਚਰ ਹੈ ਉਹ ਫਲੈਕਸੀਬਲ ਹੋਣਾ ਹੀ ਚਾਹੀਦਾ ਹੈ। ਕਈ ਵਾਰ ਸਾਨੂੰ ਉਹੋ ਜਿਹਾ ਮਾਹੌਲ ਨਹੀਂ ਮਿਲਦਾ ਕਿ ਅਸੀਂ ਕਲਾਸ ਦੇ ਵਿੱਚ ਵਧੀਆ ਤਰੀਕੇ ਨਾਲ ਪੜ੍ਹਾ ਸਕੀਏ। ਕਈ ਵਾਰ ਸਾਨੂੰ ਮਤਲਬ ਇਕਵਿਪਮੈਂਟ ਜਾਂ ਅਗਰ ਅਸੀਂ ਫਿਜ਼ੀਕਲ ਐਜੂਕੇਸ਼ਨ ਰਿਲੇਟਡ ਹੀ ਗੱਲ ਕਰ ਲੈਂਦੇ ਹਾਂ ਕਿ ਕਈ ਵਾਰ ਸਾਨੂੰ ਅਗਰ ਆਪਾਂ ਸਪੋਜ਼ ਕਰੋ ਕ੍ਰਿਕਟ ਦੀ ਪ੍ਰੈਕਟਿਸ ਕਰਨੀ ਹੈ ਤਾਂ ਕਈ ਵਾਰ ਸਾਡੇ ਕੋਲ ਸਮਾਨ ਪੂਰਾ ਨਹੀਂ ਹੁੰਦਾ, ਕਿ ਪੈਡਸ ਨਹੀਂ ਅਵੇਲੇਬਲ ਹੁੰਦੇ, ਗਲਵਸ ਨਹੀਂ ਅਵੇਲੇਬਲ ਹੁੰਦੇ, ਜਾਂ ਫਿਰ ਕਿ ਤੁਸੀਂ ਦੇਖ ਲਓ ਕਿ ਬੈਟਸ ਦੀ ਸ਼ੋਰਟੇਜ ਹੈ, ਬਾਲ ਦੀ ਸ਼ੋਰਟੇਜ ਹੈ। ਪਰ ਇੱਕ ਫਿਜ਼ੀਕਲ ਐਜੂਕੇਸ਼ਨ ਟੀਚਰ ਨੂੰ ਅਗਰ ਉਹਨੇ ਆਪਣੀ ਸਕਿੱਲ ਦੇ ਵਿੱਚ ਮੁਹਾਰਤ ਹਾਸਲ ਹੈ ਤਾਂ ਉਸ ਨੂੰ ਫਲੈਕਸੀਬਲ ਹੋਣਾ ਪਵੇਗਾ। ਅਜਿਹੇ ਤਰੀਕੇ ਨਾਲ ਆਪ ਇੰਟਰਸਟ ਲੈ ਕੇ ਬੱਚਿਆਂ ਨੂੰ ਕਿਤੇ ਨਾ ਕਿਤੇ ਸਮਾਨ ਪ੍ਰੋਵਾਈਡ ਕਰਾਉਣਾ ਪਵੇਗਾ ਆਪਣੀ ਹਿੰਮਤ ਦੇ ਨਾਲ, ਤਾਂ ਜੋ ਬੱਚੇ ਵਧੀਆ ਸਿੱਖਣ। ਇਹ ਨਹੀਂ ਬਹਾਨਾ ਬਣਾਉਣਾ ਚਾਹੀਦਾ ਕਿ ਸਾਡੇ ਕੋਲ ਸਮਾਨ ਅਵੇਲੇਬਲ ਨਹੀਂ ਹੈ, ਅਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਕਰ ਸਕਦੇ। ਸੋ ਇੱਕ ਟੀਚਰ ਫਲੈਕਸੀਬਲ ਹੋਣਾ ਚਾਹੀਦਾ ਹੈ। ਅਗਰ ਉਸ ਕੋ ਅਲਟਰਨੇਟ ਕੋਈ ਨਾ ਕੋਈ ਆਪਣੇ ਕੋਲ ਸਮਾਨ ਅਵੇਲੇਬਲ ਹੈ ਜਾਂ ਬੱਚਿਆਂ ਨੂੰ ਕਿਸੇ ਤਰੀਕੇ ਆਪਣੇ ਕੋਲੋਂ ਪ੍ਰੋਵਾਈਡ ਕਰਾਉਣਾ ਚਾਹੀਦਾ ਹੈ, ਟੀਚਰ ਨੂੰ ਫਲੈਕਸੀਬਲ ਹੋਣਾ ਚਾਹੀਦਾ ਹੈ ਤਾਂ ਜੋ ਸਮਾਂ ਨਸ਼ਟ ਨਾ ਹੋਵੇ, ਬੱਚਿਆਂ ਦਾ ਸਮਾਂ ਬਰਬਾਦ ਨਾ ਹੋਵੇ। ਅਗਰ ਕੋਈ ਵੀ ਪ੍ਰੋਬਲਮ ਹੈ ਅਸੀਂ ਉਸ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ, ਸਗੋਂ ਟੀਚਰ ਨੂੰ ਫਲੈਕਸੀਬਲ ਹੋਣਾ ਚਾਹੀਦਾ ਹੈ ਜਾਂ ਕਿਤੇ ਨਾ ਕਿਤੇ ਹਿੰਮਤ ਕਰਕੇ ਕੋਈ ਵੀ ਮਟੀਰੀਅਲ ਹੈ, ਕਿਸੇ ਵੀ ਕੋਈ ਸਬਜੈਕਟ ਹੈ ਉਹਦੇ ਲਈ ਅਗਰ ਸਿਲੇਬਸ ਅਵੇਲੇਬਲ ਨਹੀਂ ਹੈ, ਅਗਰ ਬੁੱਕਸ ਅਵੇਲੇਬਲ ਨਹੀਂ ਹੈ ਤਾਂ ਟੀਚਰ ਆਪ ਖੁਦ ਨੋਟਸ ਤਿਆਰ ਕਰ ਸਕਦਾ ਹੈ, ਬੱਚਿਆਂ ਨੂੰ ਪ੍ਰੋਵਾਈਡ ਕਰਵਾ ਸਕਦਾ ਹੈ। ਇਸ ਲਈ ਟੀਚਰ ਨੂੰ ਫਲੈਕਸੀਬਲ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਪ੍ਰੋਫੈਸ਼ਨਲ ਕੁਆਲਿਟੀ। ਹਾਂਜੀ, ਇੱਕ ਟੀਚਰ ਦੇ ਵਿੱਚ ਪ੍ਰੋਫੈਸ਼ਨਲ ਜਾਂ ਪਰਸਨਲ ਕੁਆਲਿਟੀਜ਼ ਹੁੰਦੀਆਂ ਹਨ, ਜਿਸ ਵਿੱਚ ਤੁਹਾਨੂੰ ਮੈਂ ਦੱਸਦਾ ਹਾਂ ਕਿ ਇੱਕ ਟੀਚਰ ਹਮੇਸ਼ਾ ਹੱਸਮੁਖ ਹੋਣਾ ਚਾਹੀਦਾ ਹੈ।
ਉਸ ਦੇ ਉੱਤੇ ਕਦੀ ਵੀ ਨਿਰਾਸ਼ਾ ਨਹੀਂ ਚਿਹਰੇ 'ਤੇ ਹੋਣੀ ਚਾਹੀਦੀ। ਇਹ ਇੱਕ ਬਹੁਤ ਫੈਕਟ ਪੈਂਦਾ ਹੈ ਬੱਚਿਆਂ ਦੇ ਉੱਪਰ। ਅਗਰ ਅਸੀਂ ਕੋਈ ਵੀ ਕੰਮ ਜਾਂ ਕੋਈ ਵੀ ਚੀਜ਼ ਕਰਦੇ ਹਾਂ ਤਾਂ ਸਾਨੂੰ ਉਸ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ, ਇੱਕ ਹੱਸਦੇ ਹੋਏ ਕਰਨਾ ਚਾਹੀਦਾ ਹੈ। ਇਸ ਦੇ ਨਾਲ ਕਲਾਸ ਕਾਫੀ ਪ੍ਰਭਾਵਿਤ ਹੁੰਦੀ ਹੈ। ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਨਿਰਾਸ਼ ਨਹੀਂ ਹੋਣਾ ਚਾਹੀਦਾ, ਚਾਹੇ ਉਹ ਕਿਸ ਤਰ੍ਹਾਂ ਦਾ ਵੀ ਮਾਹੌਲ ਹੋਵੇ। ਤਾਂ ਇਸ ਨਾਲ ਬੱਚੇ ਮੋਟੀਵੇਟ ਹੁੰਦੇ ਹਨ ਟੀਚਰ ਵੱਲ ਵੇਖ ਕੇ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਲੀਡਰਸ਼ਿਪ। ਟੀਚਰਸ ਦੇ ਅੰਦਰ ਇੱਕ ਕੁਆਲਿਟੀ ਹੁੰਦੀ ਹੈ ਲੀਡਰਸ਼ਿਪ ਦੀ। ਉਹ ਟੀਚਰ ਦੇ ਅੰਦਰ ਲੀਡਰਸ਼ਿਪ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਕਿਸ ਤਰ੍ਹਾਂ ਗਾਈਡ ਕਰਨਾ, ਬੱਚੇ ਉਸ ਨੂੰ ਚੰਗੀ ਤਰ੍ਹਾਂ ਸੁਣਨ ਅਤੇ ਉਸ ਤੋਂ ਪ੍ਰਭਾਵਿਤ ਹੋਣ। ਇਹ ਲੀਡਰਸ਼ਿਪ ਦਾ ਗੁਣ ਕੋਚ ਵਿੱਚ ਵੀ ਹੋ ਸਕਦਾ ਹੈ, ਇੱਕ ਚੰਗੇ ਫਿਜ਼ੀਕਲ ਐਜੂਕੇਸ਼ਨ ਟੀਚਰ ਵਿੱਚ ਵੀ ਹੋ ਸਕਦਾ ਹੈ। ਕੋਈ ਵੀ ਕੰਮ ਬੱਚਿਆਂ ਕੋਲ ਲੈਣਾ ਅਤੇ ਉਸ ਨੂੰ ਬੱਚਿਆਂ ਨੂੰ ਕਹਿਣਾ, ਬੱਚੇ ਉਸ ਤੋਂ ਪ੍ਰਭਾਵਿਤ ਹੋ ਕੇ ਕੰਮ ਕਰਨ, ਗਰਾਊਂਡ ਦੇ ਵਿੱਚ ਸਿੱਖਣ। ਇਹ ਗੁਣ, ਲੀਡਰਸ਼ਿਪ ਦਾ ਗੁਣ ਤੁਹਾਡੇ ਵੱਲ ਵੇਖ ਕੇ ਬੱਚਿਆਂ ਦੇ ਅੰਦਰ ਵੀ ਪੈਦਾ ਹੁੰਦਾ ਹੈ। ਜਿਸ ਤਰ੍ਹਾਂ ਕਿ ਇੱਕ ਟੀਮ ਦਾ ਕੈਪਟਨ ਹੈ, ਉਸ ਦੇ ਅੰਦਰ ਵੀ ਲੀਡਰਸ਼ਿਪ ਦੇ ਗੁਣ ਹੁੰਦੇ ਹਨ। ਉਹ ਕਿਸ ਤਰ੍ਹਾਂ ਆਪਣੀ ਟੀਮ ਨੂੰ ਕੰਟਰੋਲ ਕਰਦਾ ਹੈ, ਕਿਸ ਤਰ੍ਹਾਂ ਟੀਮ ਦੇ ਵਿੱਚ ਰਹਿ ਕੇ ਦੂਸਰੇ ਪਲੇਅਰ ਨੂੰ ਮੋਟੀਵੇਟ ਕਰਦਾ ਹੈ, ਸੁਝਾਅ ਦਿੰਦਾ ਹੈ। ਅਗਰ ਕੋਈ ਪਲੇਅਰ ਹੈ ਉਹ ਮੈਚ ਦੇ ਵਿੱਚ ਚੰਗੀ ਪਰਫੋਰਮੈਂਸ ਨਹੀਂ ਦੇ ਪਾ ਰਿਹਾ, ਪਰ ਉਸ ਨੂੰ ਉਹ ਮੋਟੀਵੇਟ ਕਰਦਾ ਹੈ, ਉਸ ਨੂੰ ਹਿੰਮਤ ਦਿੰਦਾ ਹੈ। ਅਗਰ ਕੋਈ ਉਹ ਗਲਤੀ ਕਰਦਾ ਪਿਆ ਹੈ ਤਾਂ ਸੁਝਾਅ ਦਿੰਦਾ ਹੈ ਕਿ ਆਪਾਂ ਇੱਥੇ ਗਲਤ ਹਾਂ ਅਤੇ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ। ਠੀਕ ਹੈ ਜੀ। ਇਹ ਗੁਣ, ਇੱਕ ਲੀਡਰਸ਼ਿਪ ਦੇ ਗੁਣ ਟੀਚਰ ਵਿੱਚ ਵੀ ਹੁੰਦੇ ਹਨ। ਉਹ ਬੱਚੇ ਬਾਅਦ 'ਚੋਂ ਅੱਗੇ ਸਿੱਖ ਕੇ ਬੱਚਿਆਂ ਦੇ ਅੰਦਰ ਉਹ ਗੁਣ ਪੈਦਾ ਹੁੰਦੇ ਹਨ। ਪੋਜ਼ੀਟਿਵ ਥਿੰਕਰ। ਇੱਕ ਕੁਆਲਿਟੀ ਪੋਜ਼ੀਟਿਵ ਥਿੰਕਰ ਹੈ ਜਿਸ ਵਿੱਚ ਹਮੇਸ਼ਾ ਹੀ ਇੱਕ ਟੀਚਰ ਨੂੰ ਟੀਚਿੰਗ ਵਿੱਚ ਪੋਜ਼ੀਟਿਵ ਰਹਿਣਾ ਚਾਹੀਦਾ ਹੈ, ਹਮੇਸ਼ਾ ਪੋਜ਼ੀਟਿਵ ਹੀ ਸੋਚਣਾ ਚਾਹੀਦਾ ਹੈ। ਕੋਈ ਵੀ ਅਜਿਹਾ ਕੰਮ ਨਹੀਂ ਕਿ ਸੋਚਣਾ ਕਿ ਇਹ ਕੰਮ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਗਰ ਤੁਹਾਡੇ ਅੰਦਰ, ਟੀਚਰ ਦੇ ਅੰਦਰ ਇਹ ਕੁਆਲਿਟੀ ਹੋਵੇਗੀ ਤਾਂ ਨੈਚੁਰਲੀ ਉਹ ਕੁਆਲਿਟੀ ਬੱਚਿਆਂ ਦੇ ਅੰਦਰ, ਖਿਡਾਰੀਆਂ ਦੇ ਅੰਦਰ ਵੀ ਆਏਗੀ। ਕਈ ਵਾਰ ਸਿਚੁਏਸ਼ਨ, ਤੁਸੀਂ ਅਗਰ ਐਗਜ਼ਾਮਪਲ ਲੈਂਦੇ ਹਾਂ, ਕਿਸੇ ਮੈਚ, ਕੋਈ ਮੈਚ ਚੱਲ ਰਿਹਾ ਹੈ, ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਾਂਦੀ ਹੈ ਕਿ ਟੀਮ ਵਧੀਆ ਪਰਫੋਰਮ ਨਹੀਂ ਕਰ ਪਾ ਰਹੀ। ਫੁੱਟਬਾਲ ਦਾ ਮੈਚ ਲੈ ਲਓ, ਫਸਟ ਹਾਫ ਦੇ ਵਿੱਚ ਕੀ ਹੋ ਰਿਹਾ ਕਿ ਕੋਈ ਟੀਮ ਸਹੀ ਤਰ੍ਹਾਂ ਪਰਫੋਰਮ ਨਹੀਂ ਕਰ ਪਾ ਰਹੀ, ਤਾਂ ਬੱਚਿਆਂ ਦਾ ਲੈਵਲ ਡਾਊਨ ਹੋ ਜਾਂਦਾ ਹੈ। ਪਰ ਅਗਰ ਕੋਚ, ਇੱਕ ਚੰਗਾ ਕੋਚ ਹਮੇਸ਼ਾ ਬੱਚਿਆਂ ਨੂੰ ਮੋਟੀਵੇਟ ਕਰਦਾ ਹੈ। ਅਗਰ ਫਸਟ ਹਾਫ ਦੇ ਵਿੱਚ ਟੀਮ ਪਰਫੋਰਮ ਨਹੀਂ ਮਾਰੀ, ਆਫਟਰ ਸੈਕਿੰਡ ਹਾਫ ਦੇ ਵਿੱਚ ਬੱਚਿਆਂ ਦੇ ਅੰਦਰ ਹਮੇਸ਼ਾ ਪੋਜ਼ੀਟਿਵ ਥਿੰਕ ਹੀ ਪਾਉਣੀ ਹੈ ਕਿ ਅਗਰ ਤੁਸੀਂ ਚੰਗੀ ਤਰ੍ਹਾਂ ਖੇਲੋਗੇ ਤਾਂ ਆਪਾਂ ਮੈਚ ਜਿੱਤ ਸਕਦੇ ਹਾਂ। ਅਗਰ ਇੱਕ ਟੀਚਰ ਦੇ ਅੰਦਰ ਨੈਗੇਟਿਵਿਟੀ ਹੋਏਗੀ ਤਾਂ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾਏਗਾ। ਸੋ ਇਸ ਲਈ ਇੱਕ ਪੋਜ਼ੀਟਿਵ, ਹਮੇਸ਼ਾ ਟੀਚਰ ਨੂੰ ਪੋਜ਼ੀਟਿਵ ਰਹਿਣਾ ਚਾਹੀਦਾ ਹੈ ਅਤੇ ਪੋਜ਼ੀਟਿਵ ਹੀ ਸੋਚਣਾ ਚਾਹੀਦਾ ਹੈ ਤਾਂ ਜੋ ਇਸ ਤਰੀਕੇ ਨਾਲ, ਵਧੀਆ ਤਰੀਕੇ ਨਾਲ ਸਮਝ ਸਕੇ। ਹਾਰਡ ਵਰਕਿੰਗ। ਹਾਰਡ ਵਰਕਿੰਗ ਯਾਨੀ ਕਿ ਮਿਹਨਤੀ। ਇੱਕ ਟੀਚਰ ਮਿਹਨਤੀ ਹੋਣਾ ਚਾਹੀਦਾ ਹੈ। ਅਗਰ ਕੋਈ ਵੀ ਆਦਮੀ ਹੈ ਆਪਣੇ ਪ੍ਰੋਫੈਸ਼ਨ ਦੇ ਅੰਦਰ ਮਿਹਨਤ ਨਹੀਂ ਕਰੇਗਾ ਤਾਂ ਉਸ ਵਿੱਚ ਕਾਮਯਾਬ ਹੋਣਾ ਬਹੁਤ ਮੁਸ਼ਕਿਲ ਹੈ। ਸੋ ਇੱਕ ਪਰਸਨਲ ਕੁਆਲਿਟੀ ਦੇ ਵਿੱਚ ਵੇਖਦੇ ਹਾਂ ਤਾਂ ਟੀਚਰ ਨੂੰ ਹਾਰਡ ਵਰਕਿੰਗ ਹੋਣਾ ਚਾਹੀਦਾ ਹੈ, ਮਿਹਨਤੀ ਹੋਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਉਹ ਆਪਣੇ ਪ੍ਰੋਫੈਸ਼ਨ ਦੇ ਅੰਦਰ ਮਿਹਨਤ ਕਰੇਗਾ, ਜਿੰਨਾ ਮਿਹਨਤ ਕਰੇਗਾ ਉਨੇ ਹੀ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਇਸੇ ਤਰ੍ਹਾਂ ਬੱਚੇ ਲਰਨ ਕਰਦੇ ਹਨ, ਸਿੱਖਦੇ ਹਨ। ਅਗਰ ਤੁਸੀਂ ਮਿਹਨਤ ਕਰੋਗੇ ਤਾਂ ਬੱਚੇ ਇਹ ਤੁਹਾਡੇ ਨਾਲ ਰਹਿ ਕੇ ਅੱਛੀ ਤਰ੍ਹਾਂ ਮਿਹਨਤ ਕਰਕੇ ਉਹ ਚੰਗੀ ਤਰ੍ਹਾਂ ਸਕਿੱਲ ਸਿੱਖਣਗੇ। ਸੋ ਹਮੇਸ਼ਾ ਹੀ ਨਵੇਂ ਤਰੀਕਿਆਂ ਨਾਲ, ਨਵੀਂ ਸੋਚ ਨਾਲ ਕੋਈ ਵੀ ਚੀਜ਼ ਦਾ, ਕੋਈ ਵੀ ਚੀਜ਼ ਹੈ, ਕੋਈ ਵੀ ਸਕਿੱਲ ਹੈ, ਉਹ ਬੱਚਿਆਂ ਨੂੰ ਸਿਖਾਉਣੀ ਤਾਂ ਜੋ ਬੱਚੇ ਇੰਟਰਸਟ ਲੈ ਕੇ ਉਹ ਚੀਜ਼ ਨੂੰ
ਸਿੱਖਣ। ਇਹ ਤਦ ਹੀ ਹੋ ਸਕਦਾ ਹੈ ਅਗਰ ਇੱਕ ਟੀਚਰ ਇੱਕ ਹਾਰਡ ਵਰਕਿੰਗ ਹੋਵੇਗਾ। ਸੋ ਹਾਰਡ ਵਰਕਿੰਗ ਮਿਹਨਤੀ ਟੀਚਰ ਹਮੇਸ਼ਾ ਹੀ ਬੱਚਿਆਂ ਦਾ ਕਾਮਯਾਬੀ ਦਾ ਹਿੱਸਾ ਹੁੰਦਾ ਹੈ। ਸੋ ਇਸ ਨਾਲ ਬੱਚੇ ਬਹੁਤ ਜ਼ਿਆਦਾ ਸਿੱਖਦੇ ਹਨ। ਉਸ ਤੋਂ ਬਾਅਦ ਨੈਕਸਟ ਕੁਆਲਿਟੀ ਆ ਜਾਂਦੀ ਹੈ ਪੇਸ਼ੈਂਸ। ਇੱਕ ਟੀਚਰ ਨੂੰ ਹਮੇਸ਼ਾ ਹੀ ਪੇਸ਼ੈਂਸ ਰੱਖਣੇ ਚਾਹੀਦੇ ਹਨ। ਕਦੀ ਵੀ ਕਾਹਲੇ ਨਹੀਂ ਪੈਣਾ ਚਾਹੀਦਾ। ਜੋ ਵੀ ਕੰਮ ਕਰਨਾ ਹੈ ਵਧੀਆ ਸੋਚ ਸਮਝ ਕੇ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਜ਼ਿਆਦਾ ਕਾਹਲੇ ਨਹੀਂ ਪੈਣਾ ਚਾਹੀਦਾ। ਅਗਰ ਕੋਈ ਵੀ ਸਿਚੁਏਸ਼ਨ ਹੋਵੇ ਤਾਂ ਉਸ ਦਾ ਸਾਹਮਣਾ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੇ ਪ੍ਰਦਰਸ਼ਨ ਵਿੱਚ ਕੋਈ ਕਮੀ ਨਾ ਆ ਸਕੇ। ਅਗਰ ਕੋਈ ਬੱਚੇ ਐਕਟੀਵਿਟੀ ਸਿੱਖਦੇ ਹਨ ਤਾਂ ਉਹ ਐਕਟੀਵਿਟੀ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਣ। ਸੋ ਇਹ ਸਾਰੇ ਜਿਹੜੇ ਕੁਆਲਿਟੀਜ਼ ਹਨ ਇੱਕ ਟੀਚਰ ਦੇ ਵਿੱਚ ਹੋਣੇ ਚਾਹੀਦੇ ਹਨ। ਸੋ ਬੱਚੇ ਇਹ ਚੰਗੀ ਤਰ੍ਹਾਂ ਸਿੱਖਦੇ ਹਨ। ਜਿਸ ਤਰ੍ਹਾਂ ਕਿ ਤੁਹਾਨੂੰ ਪਿੱਛੇ ਐਕਸਪਲੇਨ ਕਰਦੇ ਹਾਂ, ਆਲਵੇਜ਼ ਹੈਪੀ ਰਹਿਣਾ ਚਾਹੀਦਾ ਹੈ। ਲੀਡਰਸ਼ਿਪ ਦੇ ਗੁਣ ਹੋਣੇ ਚਾਹੀਦੇ ਹਨ। ਪੋਜ਼ੀਟਿਵ ਥਿੰਕਰ ਹੋਣਾ ਚਾਹੀਦਾ ਹੈ। ਹਾਰਡ ਵਰਕਿੰਗ ਹੋਣਾ ਚਾਹੀਦਾ ਹੈ ਅਤੇ ਇੱਕ ਟੀਚਰ ਵਿੱਚ ਪੇਸ਼ੈਂਸ ਹੋਣੇ ਚਾਹੀਦੇ ਹਨ। ਨੈਕਸਟ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਸੋਸ਼ਲ ਸਕਿੱਲ। ਇੱਕ ਸਮਾਜਿਕ ਗੁਣ ਟੀਚਰ ਦੇ ਅੰਦਰ ਹੋਣੇ ਚਾਹੀਦੇ ਹਨ। ਸਮਾਜਿਕ ਹੁਨਰ ਹੋਣਾ ਚਾਹੀਦਾ ਹੈ ਟੀਚਰ ਦੇ ਅੰਦਰ ਤਾਂ ਜੋ ਉਹ ਵਧੀਆ ਤਰੀਕੇ ਨਾਲ ਸਿਖਾ ਸਕੇ। ਯੂਜ਼ਿੰਗ ਮੈਨਰਸ, ਟੀਚਰ ਅੰਦਰ ਮੈਨਰਸ ਹੋਣੇ ਚਾਹੀਦੇ ਹਨ। ਕਿਸ ਤਰ੍ਹਾਂ ਬਿਹੇਵੀਅਰ ਕਰਨਾ ਹੈ ਸਕੂਲ ਦੇ ਵਿੱਚ, ਕਿਸ ਤਰ੍ਹਾਂ ਟੀਚਰਸ ਨਾਲ ਗੱਲਬਾਤ ਕਰਨੀ ਹੈ, ਬੱਚਿਆਂ ਨਾਲ ਗੱਲਬਾਤ ਕਿਸ ਤਰ੍ਹਾਂ ਕਰਨੀ ਹੈ, ਕੀ ਉਹਦੀਆਂ ਡਿਊਟੀਜ਼ ਹਨ, ਕੀ ਉਹਨੂੰ ਸਕੂਲ ਦੇ ਸਮੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਡਿਊਟੀਜ਼ ਹਨ ਉਹ ਕਰਨੀਆਂ ਚਾਹੀਦੀਆਂ ਹਨ। ਚੰਗੇ ਮੈਨਰਸ ਹੋਣੇ ਚਾਹੀਦੇ। ਬੱਚਿਆਂ ਨਾਲ ਕਿਸ ਤਰ੍ਹਾਂ ਡੀਲ ਕਰਨਾ, ਟੀਚਰਸ ਨਾਲ ਕਿਸ ਤਰ੍ਹਾਂ ਡੀਲ ਕਰਨਾ, ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। ਕਈ ਵਾਰ ਹੋ ਜਾਂਦਾ ਹੈ ਕਿ ਟੀਚਰ ਗੁੱਸੇ ਵਿੱਚ ਆ ਕੇ ਬੱਚਿਆਂ ਨਾਲ ਬਿਹੇਵੀਅਰ ਗਲਤ ਕਰਦੇ ਹਨ, ਉਸ ਨੂੰ ਮਾਰਦੇ ਕੁੱਟਦੇ ਹਨ, ਪਰ ਇਹ ਗੱਲ ਬਿਲਕੁਲ ਗਲਤ ਹੈ। ਅਗਰ ਬੱਚੇ ਨੂੰ ਪਿਆਰ ਨਾਲ ਸਮਝਾ ਕੇ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾਉਣਾ ਚਾਹੀਦਾ ਹੈ। ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ। ਅਗਰ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਗੁੱਸੇ ਦੀ ਬਜਾਏ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਹੈ। ਇਹ ਇੱਕ ਬਹੁਤ ਵਧੀਆ ਮੈਨਰ ਹਨ। ਅਗਰ ਤੁਸੀਂ ਸਕੂਲ ਦੇ ਅੰਦਰ ਕਿਸੇ ਟੀਚਰ ਦੀ ਹੈਲਪ ਕਰ ਸਕਦੇ ਹੋ, ਇਹ ਵੀ ਇੱਕ ਬਹੁਤ ਅੱਛੇ ਮੈਨਰਸ ਹੈ। ਔਰ ਇਸ ਤੋਂ ਬਾਅਦ ਇੱਕ ਪੋਜ਼ੀਟਿਵ ਐਟੀਟਿਊਡ ਹੋਣਾ ਚਾਹੀਦਾ ਹੈ। ਪਹਿਲਾਂ ਵੀ ਅਸੀਂ ਇਸ 'ਤੇ ਗੱਲ ਕਰ ਚੁੱਕੇ ਹਾਂ ਕਿ ਅਗਰ ਆਪਣੇ ਅੰਦਰ ਹਮੇਸ਼ਾ ਪੋਜ਼ੀਟਿਵ ਥਿੰਕਿੰਗ ਰੱਖਣੀ ਚਾਹੀਦੀ ਹੈ ਇੱਕ ਟੀਚਰ ਨੂੰ ਤਾਂ ਜੋ ਕਿ ਕੋਈ ਵੀ ਕੰਮ ਕਰਨਾ ਹੋਵੇ ਉਸ 'ਤੇ ਕਰਨ ਤੋਂ ਉਸ 'ਤੇ ਕੰਮ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ, ਨਾ ਕਿ ਉਸ ਨੂੰ ਨੈਗੇਟਿਵਿਟੀ ਨਾਲ ਲੈਣਾ ਚਾਹੀਦਾ ਹੈ ਤਾਂ ਅਸੀਂ ਇਸ ਕੰਮ ਵਿੱਚ ਕਾਮਯਾਬ ਨਾ ਹੋ ਸਕੀਏ। ਸੋ ਇਸ ਲਈ ਸਾਨੂੰ ਇੱਕ ਵਧੀਆ ਪੋਜ਼ੀਟਿਵ ਐਟੀਟਿਊਡ ਸਕੂਲ ਦੇ ਵਿੱਚ ਰੱਖਣਾ ਚਾਹੀਦਾ ਹੈ ਜਾਂ ਕਲਾਸ ਵਿੱਚ ਰੱਖਣਾ ਚਾਹੀਦਾ ਹੈ। ਵਰਕਿੰਗ ਵਿਦ ਅਦਰਸ, ਤੁਹਾਨੂੰ ਹਮੇਸ਼ਾ ਇੱਕ ਅੱਛੇ ਤਰੀਕੇ ਦੇ ਨਾਲ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਦੂਸਰਿਆਂ ਦੇ ਨਾਲ ਕੰਮ ਕਰਨਾ, ਕੋਲੈਬੋਰੇਸ਼ਨ ਦੇ ਨਾਲ ਕੰਮ ਕਰਨਾ। ਅਗਰ ਕਿਸੇ ਟੀਚਰ ਨੂੰ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਦੀ ਹੈਲਪ ਕਰਨਾ, ਇਹ ਬਹੁਤ ਹੀ ਜ਼ਰੂਰੀ ਗੁਣ ਹੈ ਇੱਕ ਟੀਚਰ ਦਾ। ਠੀਕ ਹੈ ਜੀ। ਅਸੀਂ ਦੇਖਦੇ ਹਾਂ ਕਿ ਕਈ ਵਾਰ ਸਪੋਜ਼ ਕਰੋ ਕੁਛ ਟੀਚਰ ਨੂੰ ਪ੍ਰੋਬਲਮ ਆ ਗਈ ਹੈ, ਉਹ ਐਮਰਜੈਂਸੀ ਦੇ ਵਿੱਚ ਜਾਂ ਕੋਈ ਵੀ ਕੰਮ ਪੈ ਗਿਆ ਹੈ ਤਾਂ ਅਸੀਂ ਉਸ ਦੀ ਕਲਾਸ ਹੈਂਡਲ ਕਰ ਸਕਦੇ ਹਾਂ। ਅਗਰ ਉਸ ਦੇ ਕੋਈ ਰਿਜ਼ਲਟ ਤਿਆਰ ਕਰਨੇ ਹਨ ਜਾਂ ਕੋਈ ਹੋਰ ਚੀਜ਼, ਜਿਸ ਤਰ੍ਹਾਂ ਕੋਈ ਸਕੂਲ ਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਹਨ, ਅਦਰ ਐਕਟੀਵਿਟੀਜ਼ ਹੁੰਦੀਆਂ ਹਨ, ਉਸ ਦੇ ਵਿੱਚ ਭਾਗ ਲੈਣਾ, ਦੂਸਰੇ ਟੀਚਰਸ ਦੀ ਹੈਲਪ ਕਰਨੀ। ਜੈਸੇ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਸਾਇੰਸ ਫੇਅਰ ਚੱਲਦੇ ਹਨ, ਸੋਸ਼ਲ ਸਟੱਡੀ ਦੇ ਫੇਅਰਸ ਚੱਲਦੇ ਹਨ। ਅਗਰ ਤੁਸੀਂ ਸਬਜੈਕਟ ਤੁਹਾਡਾ ਦੂਸਰਾ ਹੈ ਤਾਂ ਪਰ ਆਪਾਂ
ਦੂਸਰੇ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੈ, ਦੂਸਰਿਆਂ ਲਈ ਕੰਮ ਕਰਨਾ ਬਹੁਤ ਜ਼ਰੂਰੀ। ਗੁੱਡ ਹਾਈਜੀਨ। ਇਸ ਤੋਂ ਅਗਲਾ ਗੁੱਡ ਹਾਈਜੀਨ। ਗੁੱਡ ਹਾਈਜੀਨ ਇੱਕ ਟੀਚਰ ਸਾਫ ਸੁਥਰਾ, ਵਧੀਆ ਅਤੇ ਚੰਗੇ ਪਹਿਰਾਵੇ ਵਾਲਾ ਹੋਣਾ ਚਾਹੀਦਾ ਹੈ। ਉਸ ਦਾ ਰਹਿਣ ਸਹਿਣ ਦਾ ਤਰੀਕਾ ਸਾਫ ਸੁਥਰਾ ਹੋਣਾ ਚਾਹੀਦਾ ਹੈ। ਇਸ ਨਾਲ ਬੱਚਿਆਂ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਅਗਰ ਅਸੀਂ ਬੱਚਿਆਂ ਦੇ ਨਾਲ ਪੋਲਾਈਟਲੀ ਬੋਲਾਂਗੇ, ਪੋਲਾਈਟਲੀ ਸ਼ਬਦਾਂ ਦਾ ਇਸਤੇਮਾਲ ਕਰਾਂਗੇ, ਇਹ ਵੀ ਬਹੁਤ ਜ਼ਰੂਰੀ ਹੈ। ਸਾਨੂੰ ਆਲਵੇਜ਼ ਟੀਚਰ ਨੂੰ ਪੋਲਾਈਟ ਹੋਣਾ ਚਾਹੀਦਾ ਹੈ, ਕਦੀ ਗੁੱਸਾ ਨਹੀਂ ਕਰਨਾ ਚਾਹੀਦਾ, ਹਾਈਪਰ ਨਹੀਂ ਹੋਣਾ ਚਾਹੀਦਾ। ਬੋਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ। ਟੇਕਿੰਗ ਟਰਨਸ, ਗ੍ਰੀਟਿੰਗਸ, ਹਮੇਸ਼ਾ ਹੀ ਬੱਚਿਆਂ ਨੂੰ ਮਤਲਬ ਸਤਿਕਾਰ ਨਾਲ ਬੁਲਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਅਸੀਂ ਸਤਿ ਸ਼੍ਰੀ ਅਕਾਲ ਜਾਂ ਹੈਲੋ, ਜਾਂ ਕੋਈ ਵੀ ਆ ਟੀਚਰ ਹੈ, ਪ੍ਰਿੰਸੀਪਲ ਹੈ, ਸਕੂਲ ਜਦੋਂ ਸਵੇਰੇ ਅਸੀਂ ਸਕੂਲ ਜਾਂਦੇ ਹਾਂ ਤਾਂ ਉਸ ਹਰ ਇੱਕ ਟੀਚਰ ਨੂੰ ਗੁੱਡ ਮਾਰਨਿੰਗ ਵਿਸ਼ ਕਰਨਾ, ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਪੇਸ਼ੈਂਸ ਰੱਖਣੇ ਚਾਹੀਦੇ ਹਨ ਟੀਚਰ ਦੇ ਵਿੱਚ। ਇਹ ਸਾਰੀਆਂ ਜੋ ਕਿ ਸੋਸ਼ਲ ਸਕਿੱਲਸ ਹਨ ਇੱਕ ਟੀਚਰ ਦੇ ਅੰਦਰ। ਬੀਇੰਗ ਏ ਗੁੱਡ ਸਪੋਰਟ, ਉਹ ਇੱਕ ਚੰਗਾ ਸਪੋਰਟਰ ਹੋਣਾ ਚਾਹੀਦਾ ਹੈ। ਚੰਗਾ ਲਿਸਨਿੰਗ ਕੋਈ ਵੀ ਅਗਰ ਆਪਾਂ ਕਲਾਸ ਦੇ ਵਿੱਚ ਹਾਂ, ਜਾਂ ਸਮਾਜ ਦੇ ਵਿੱਚ ਹਾਂ, ਜਾਂ ਸਕੂਲ ਦੇ ਵਿੱਚ ਹਾਂ, ਸਾਨੂੰ ਇੱਕ ਚੰਗਾ ਲਿਸਨਰ ਹੋਣਾ ਚਾਹੀਦਾ ਹੈ। ਹਮੇਸ਼ਾ ਹੀ ਜਦੋਂ ਕੋਈ ਵੀ ਬੱਚੇ ਨੂੰ ਕਲਾਸ ਦੇ ਵਿੱਚ ਜਾਂ ਪ੍ਰੋਬਲਮ ਆ ਰਹੀ ਹੈ, ਬੱਚੇ ਨੂੰ ਸੁਣਨਾ ਚਾਹੀਦਾ ਹੈ। ਉਹ ਬੱਚਾ ਕੀ ਕਹਿਣਾ ਚਾਹੀਦਾ ਹੈ, ਵਿੱਚ ਟੋਕਣਾ ਨਹੀਂ ਚਾਹੀਦਾ। ਅਗਰ ਬੱਚਾ ਕੋਈ ਜਾਣਕਾਰੀ ਲੈਣਾ ਚਾਹੀਦਾ, ਬੱਚੇ ਨੂੰ ਟੋਕਣਾ ਨਹੀਂ ਚਾਹੀਦਾ, ਉਸ ਨੂੰ ਸੁਣਨਾ ਚਾਹੀਦਾ ਹੈ, ਤਾਂ ਕਿ ਬੱਚੇ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਅੱਗੇ ਆ ਜਾਂਦਾ ਹੈ ਇਫੈਕਟਿਵ ਟੀਚਿੰਗ ਮੈਥਡਸ। ਟੀਚਿੰਗ ਦੇ ਸਿੱਖਣ ਅਤੇ ਸਿਖਾਉਣ ਦੇ ਬਹੁਤ ਜ਼ਿਆਦਾ ਅਲੱਗ-ਅਲੱਗ ਢੰਗ ਹਨ, ਅਲੱਗ-ਅਲੱਗ ਤਰੀਕੇ ਹਨ। ਹਰੇਕ ਬੱਚਾ ਅਲੱਗ-ਅਲੱਗ ਤਰੀਕੇ ਨਾਲ ਸਿੱਖਦਾ ਹੈ। ਕਈ ਬੱਚੇ ਇਸ ਤਰ੍ਹਾਂ ਦੇ ਹਨ ਜੋ ਕਿ ਪੜ੍ਹ ਕੇ ਸਿੱਖ ਲੈਂਦੇ ਹਨ, ਦੇਖ ਕੇ ਸਿੱਖ ਲੈਂਦੇ ਹਨ, ਕੋਈ ਖੁਦ ਕਰਕੇ ਸਿੱਖ ਲੈਂਦੇ ਹਨ। ਇਹ ਸਾਰੇ ਮੈਥਡ ਹੈ, ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਮੈਥਡ ਹੈ, ਜੋ ਕਿ ਹਰੇਕ ਮੈਥਡ ਬੱਚਿਆਂ ਉੱਤੇ ਕਾਫੀ ਪ੍ਰਭਾਵ ਪਾਉਂਦਾ ਹੈ। ਬੱਚੇ ਬਹੁਤ ਹੀ ਆਸਾਨੀ ਨਾਲ ਸਿੱਖਦੇ ਹਨ। ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਥਡ ਆ ਗਿਆ ਹੈ ਰੋਲ ਪਲੇ। ਰੋਲ ਪਲੇ ਇੱਕ ਅਜਿਹਾ ਮੈਥਡ ਹੈ ਜੋ ਵੀ ਅਸੀਂ ਕਲਾਸ 'ਚ ਸਿਖਾਉਂਦੇ ਹਾਂ ਤਾਂ ਬੱਚਿਆਂ ਨੂੰ ਉਸ ਵਿੱਚ ਭਾਗ ਦਿਵਾਉਣਾ ਚਾਹੀਦਾ ਹੈ, ਬੱਚਿਆਂ ਕੋਲ ਰੋਲ ਪਲੇ ਕਰਵਾਉਣਾ ਚਾਹੀਦਾ ਹੈ, ਖੁਦ ਟੀਚਰ ਨੂੰ ਰੋਲ ਪਲੇ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ ਹਾਂ, ਸਪੋਜ਼ ਕਰੋ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਬਾਸਕਟਬਾਲ ਦੇ ਵਿੱਚ ਇੱਕ ਸਕਿੱਲ ਹੁੰਦੀ ਹੈ ਜੋ ਕਿ ਹੁੰਦੀ ਹੈ ਡਰਿਬਲਿੰਗ। ਜੋ ਅਸੀਂ ਬੋਲਿਆ ਬੱਚੇ ਨੇ ਸੁਣ ਲਿਆ, ਪਰ ਡਰਿਬਲਿੰਗ ਕੀ ਹੁੰਦੀ ਹੈ? ਜਿੰਨੀ ਦੇਰ ਤੱਕ ਅਸੀਂ ਬੱਚਿਆਂ ਕੋਲ ਰੋਲ ਨਹੀਂ ਪਲੇ ਕਰਾਵਾਂਗੇ, ਬੱਚਿਆਂ ਨੂੰ ਬੋਲ ਨਹੀਂ ਦੇਵਾਂਗੇ, ਬਾਸਕਟਬਾਲ ਹੱਥ 'ਚ ਪਕੜਾਵਾਂਗੇ, ਉਨੀ ਦੇਰ ਤੱਕ ਬੱਚਿਆਂ ਨੂੰ ਨਹੀਂ ਸਿੱਖੇਗੇ, ਬੱਚੇ ਨਹੀਂ ਸਿੱਖ ਸਕਦੇ ਜਿੰਨੀ ਦੇਰ ਤੱਕ ਬੱਚਿਆਂ ਦਾ ਰੋਲ ਪਲੇ ਨਾ ਕਰਵਾਇਆ ਗਿਆ। ਇਸ ਦੇ ਨਾਲ ਬੱਚਾ ਜਲਦੀ ਸਿੱਖਦਾ ਹੈ। ਉਸ ਤੋਂ ਬਾਅਦ ਅਸੀਂ ਇੱਕ ਹੋਰ ਮੈਥਡ ਹੈ ਲੈਕਚਰ ਮੈਥਡ। ਲੈਕਚਰ ਮੈਥਡ ਵਿੱਚ ਆਪਾਂ ਪੰਜਾਬੀ 'ਚ ਕਿਹਾ ਜਾਂਦੇ ਹੈ ਭਾਸ਼ਣ ਵਿਧੀ। ਭਾਸ਼ਣ ਵਿਧੀ ਵਿੱਚ ਇੱਕ ਆਮ ਤਰੀਕਾ ਹੈ ਜੋ ਕਿ ਕਲਾਸ ਦੇ ਵਿੱਚ ਆਮ ਵਰਤਿਆ ਜਾਂਦਾ ਹੈ। ਇਸ ਦੇ ਵਿੱਚ ਟੀਚਰ ਬੋਲਦਾ ਹੈ, ਬੱਚਿਆਂ ਨੂੰ ਕੋਈ ਵੀ ਐਕਟੀਵਿਟੀ ਹੈ ਉਸ ਬਾਰੇ ਦੱਸਦਾ ਹੈ। ਜਿਵੇਂ ਕਿ ਅਸੀਂ ਲਾ ਲੈਂਦੇ ਹਾਂ ਕਿ ਵਾਲੀਬਾਲ ਦੀ ਗਰਾਊਂਡ ਦੀ ਡਿਮੈਂਸ਼ਨ ਬਾਰੇ ਗੱਲ ਕਰ ਸਕਦੇ ਹਾਂ। ਬੱਚਿਆਂ ਨੂੰ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਵਾਲੀਬਾਲ ਦੀ ਜਿਹੜੀ ਕੋਰਟ ਹੁੰਦਾ ਹੈ ਉਹ 18 ਮੀਟਰ ਲੰਬਾ ਹੁੰਦਾ ਹੈ, 9 ਮੀਟਰ ਚੌੜਾ ਹੁੰਦਾ ਹੈ। ਉਸ ਦੇ ਵਿੱਚ ਅਟੈਕ ਜ਼ੋਨ ਹੁੰਦਾ ਹੈ, ਇੱਕ ਬੈਕ ਜ਼ੋਨ ਹੁੰਦਾ ਹੈ। ਬੈਕ ਜ਼ੋਨ ਹੈ ਜੋ 6 ਮੀਟਰ ਦਾ ਹੁੰਦਾ ਹੈ, ਅਟੈਕ ਜ਼ੋਨ 3 ਮੀਟਰ ਦਾ ਹੁੰਦਾ ਹੈ। ਸੋ ਇਹ ਚੀਜ਼ਾਂ ਅਸੀਂ ਲੈਕਚਰ ਮੈਥਡ ਰਾਹੀਂ ਦੱਸਦੇ ਹਾਂ। ਇਹ ਇੱਕ ਤਰੀਕਾ ਹੈ ਲੈਕਚਰ ਮੈਥਡ, ਜਿਸ ਦੇ ਵਿੱਚ ਅਸੀਂ ਦੱਸ ਦਿੰਦੇ ਹਾਂ ਕਿ ਸੈਂਟਰ ਵਿੱਚ ਨੈੱਟ ਲੱਗਾ ਹੁੰਦਾ ਹੈ। ਨੈੱਟ ਦੀ ਉਚਾਈ ਗਰਲਸ ਵਾਸਤੇ
2.24 ਹੁੰਦੀ ਹੈ, ਵੌਇਸ ਵਾਸਤੇ 2.43 ਹੁੰਦੀ ਹੈ ਅਤੇ ਨੈਟ ਦੀ ਜੋ ਚੌੜਾਈ ਹੈ 1 ਮੀਟਰ ਹੁੰਦੀ ਹੈ। ਇਹ ਇੱਕ ਲੈਕਚਰ ਮੈਥਡ ਦੇ ਵਿੱਚ ਅਸੀਂ ਬੱਚਿਆਂ ਨੂੰ ਦੱਸਦੇ ਹਾਂ, ਪਰ ਬੱਚਾ ਤਰੀਕੇ ਨਾਲ ਅਲੱਗ ਤਰੀਕੇ ਅਗਰ ਉਸ ਦੇ ਬਾਅਦ ਆ ਜਾਏਗਾ ਡੈਮੋਸਟ੍ਰੇਸ਼ਨ ਮੈਥਡ, ਡੈਮੋਸਟ੍ਰੇਸ਼ਨ ਉਸ ਦੇ ਵਿੱਚ ਅਸੀਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਵਾਂਗੇ, ਬੱਚਿਆਂ ਨੂੰ ਦੱਸਾਂਗੇ ਕਿ ਇਸ ਤਰ੍ਹਾਂ ਗਰਾਊਂਡ ਬੱਚਿਆਂ ਨੂੰ ਦਿਖਾਵਾਂਗੇ, ਇਸ ਤਰ੍ਹਾਂ ਵਾਲੀਬਾਲ ਦਾ ਕੋਰਟ ਹੁੰਦਾ ਹੈ। ਬੱਚੇ ਫਿਰ ਲੈਕਚਰ ਮੈਥਡ ਨਾਲੋਂ ਬੱਚੇ ਜੋ ਦੇਖਦੇ ਹਨ, ਦੇਖ ਕੇ ਕਰਦੇ ਹਨ, ਉਹ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਹੁਣ ਜਿਸ ਤਰ੍ਹਾਂ ਅਸੀਂ ਕ੍ਰਿਕਟ ਦੇ ਵਿੱਚ ਦੇਖਦੇ ਹਾਂ ਕਿ ਬੈਟਸਮੈਨ ਕਿਸ ਤਰ੍ਹਾਂ ਸਟੇਟ ਡਰਾਈਵ ਕਰਦਾ ਹੈ, ਉਹ ਬੱਚੇ ਨੂੰ ਅਸੀਂ ਦੱਸਾਂਗੇ ਲੈਕਚਰ ਮੈਥਡ ਰਾਹੀਂ। ਪਰ ਬੱਚਾ ਕੀ ਹੈ, ਅਗਰ ਬੱਚੇ ਨੂੰ ਅਸੀਂ ਪ੍ਰੈਕਟੀਕਲੀ ਦੱਸਾਂਗੇ, ਬੱਚਿਆਂ ਨੂੰ ਗਰਾਊਂਡ 'ਚ ਲਾ ਕੇ ਡੈਮੋਸਟ੍ਰੇਟ ਕਰਾਂਗੇ, ਉਹ ਵੀ ਇੱਕ ਮੈਥਡ ਹੈ ਕਿ ਬੱਚਿਆਂ ਨੂੰ ਦੱਸਾਂ ਕਿਸ ਤਰ੍ਹਾਂ ਬੈਟ ਪਕੜਨਾ ਹੈ, ਕਿਸ ਤਰ੍ਹਾਂ ਬੋਲ ਆਉਂਦੀ ਹੈ, ਜਿਹੜੀ ਸ਼ਾਟ ਲੱਗਦੀ ਹੈ ਉਹ ਬਿਲਕੁਲ ਸਿੱਧੀ ਜਾਂਦੀ ਹੈ, ਉਸ ਨੂੰ ਆਪਾਂ ਸਟ੍ਰੇਟ ਡਰਾਈਵ ਕਹਿੰਦੇ ਹਨ। ਇਸ ਤੋਂ ਬਾਅਦ ਡਿਸਕਸ਼ਨ ਮੈਥਡ ਹੈ। ਡਿਸਕਸ਼ਨ ਮੈਥਡ ਦੇ ਵਿੱਚ ਇਹ ਕੀ ਹੁੰਦਾ ਹੈ ਕਿ ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਆਪਸ ਵਿੱਚ ਡਿਸਕਸ ਕਰਦੇ ਹਾਂ, ਜਾਂ ਮਤਲਬ ਬੱਚਿਆਂ ਨੂੰ ਆਪਸ ਵਿੱਚ 2 ਗਰੁੱਪ ਵਿੱਚ ਬਿਠਾ ਕੇ ਡਿਸਕਸ਼ਨ ਕਰਾਉਂਦੇ ਹਾਂ। ਕੋਈ ਵੀ ਟੌਪਿਕ ਹੈ ਉਸ ਨੂੰ ਡਿਸਕਸ਼ਨ ਮੈਥਡ ਹੈ। ਇਸ ਵਿੱਚ ਬੱਚਾ ਇੱਕ ਦੂਸਰੇ ਦੇ ਵਿਚਾਰ ਸੁਣਦਾ ਹੈ ਅਤੇ ਉਸ ਬਾਰੇ ਸਿੱਖਦਾ ਹੈ। ਹਮੇਸ਼ਾ ਬੱਚਾ ਡਿਸਕਸ ਕਰਦਾ ਹੈ, ਕੋਈ ਪ੍ਰੋਬਲਮ ਹੈ ਜਾਂ ਉਸ ਦੀ ਕੋਈ ਵੀ ਇੱਕ ਚੀਜ਼ ਹੈ, ਟੌਪਿਕ ਹੈ, ਉਸਦੇ ਜੋ ਨਕਾਰਾਤਮਕ ਤਰੀਕੇ ਹਨ, ਸਕਾਰਾਤਮਕ ਤਰੀਕੇ ਹਨ, ਉਹਨਾਂ ਬਾਰੇ ਇਹ ਸਾਰਾ ਕੁਛ ਬੱਚੇ ਸਿੱਖਦੇ ਹਨ। ਇਸ ਤੋਂ ਬਾਅਦ ਆਉਂਦਾ ਪ੍ਰੋਜੈਕਟ ਮੈਥਡ। ਪ੍ਰੋਜੈਕਟ ਮੈਥਡ ਇੱਕ ਹੈ ਜਿਸ ਦੇ ਵਿੱਚ ਬੱਚਾ ਚਾਰਟ, ਪੋਰਟਫੋਲੀਓ ਅਤੇ ਮਾਡਲਸ ਵਗੈਰਾ ਤਿਆਰ ਕਰਦਾ ਹੈ ਅਤੇ ਬੱਚਿਆਂ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਹਨ। ਜਿਵੇਂ ਕਿ ਅਸੀਂ ਕਲਾਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਨਾਲ ਸੰਬੰਧਿਤ ਬੱਚਿਆਂ ਨੂੰ ਕਹਿੰਦੇ ਹਾਂ ਕਿ ਗਰਾਊਂਡਸ ਦੇ ਉੱਪਰ ਚਾਰਟ ਔਰ ਮਾਡਲ ਤਿਆਰ ਕਰੋ। ਜਿਸ ਤਰ੍ਹਾਂ ਇੱਕ ਮਾਡਲ ਤਿਆਰ ਕਰ ਦਿੱਤਾ ਜਾਂਦਾ ਹੈ ਵਾਲੀਬਾਲ ਜਾਂ ਕਬੱਡੀ ਦੀ ਗਰਾਊਂਡ ਦਾ, ਉਹਦੇ ਵਿੱਚ ਦਰਸਾਇਆ ਜਾਂਦਾ ਹੈ ਕਿ ਗਰਾਊਂਡਸ ਦੀਆਂ ਨਿਯਮ ਦੱਸੇ ਜਾਂਦੇ ਹਨ, ਉਸ ਦੀਆਂ ਸਕਿੱਲ ਦੱਸੀਆਂ ਜਾਂਦੀਆਂ ਹਨ। ਇਹ ਸਕਿੱਲ ਦੇ ਆਧਾਰਿਤ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ, ਡਿਮੈਂਸ਼ਨ ਦੇ ਆਧਾਰਿਤ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ, ਇਕਵਿਪਮੈਂਟ ਐਂਡ ਪ੍ਰੋਪਸ ਦੇ ਆਧਾਰ 'ਤੇ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਸਰਵੇ ਮੈਥਡ ਹੈ। ਸਰਵੇ ਬੱਚੇ ਸਰਵੇ ਕਰਦੇ ਹਨ। ਅਗਰ ਕੋਈ ਪ੍ਰੋਜੈਕਟ ਦਿੱਤਾ ਹੈ ਕਿ ਅਸੀਂ ਬੈਲੈਂਸ ਡਾਈਟ ਉੱਪਰ ਸਰਵੇ ਕਰਦੇ ਹਾਂ ਕਿ ਇੱਕ ਪਲੇਅਰ ਨੂੰ ਕਿਹੜੀ ਕਿਹੜੀ ਡਾਈਟ ਲੈਣੀ ਚਾਹੀਦੀ ਹੈ, ਉਸ ਦੇ ਉੱਪਰ ਸਰਵੇ ਕੀਤਾ ਜਾ ਸਕਦਾ ਹੈ। ਇੱਕ ਪਲੇਅਰ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ, ਤੁਹਾਡਾ ਜੋ ਡੇਲੀ ਡਾਈਟ ਹੈ, ਡਾਈਟ ਪਲਾਨ ਕੀ ਹੈ, ਤੁਸੀਂ ਕਿੰਨਾ ਕਾਰਬੋਹਾਈਡਰੇਟ, ਮਿਨਰਲ, ਵਿਟਾਮਿਨਸ, ਕੈਲਸ਼ੀਅਮ ਵਗੈਰਾ ਲੈ ਰਹੇ ਹੋ। ਇਹ ਸਾਰਾ ਕੁਛ ਉਸਦੇ ਵਿੱਚ ਆ ਜਾਂਦਾ ਹੈ ਸਰਵੇ ਮੈਥਡ ਦੇ ਵਿੱਚ। ਇਸੇ ਤਰ੍ਹਾਂ ਪ੍ਰੋਬਲਮ ਸੋਲਵਿੰਗ ਮੈਥਡ ਕਿ ਅਗਰ ਬੱਚਾ ਅਸੀਂ ਕੋਈ ਵੀ ਟੌਪਿਕ ਤਿਆਰ ਕੀਤਾ ਹੈ, ਉਸ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਇਸ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾਂਦਾ ਹੈ। ਕੋਈ ਬੱਚਾ ਅਗਰ ਕੋਈ ਗਲਤੀ ਕਰਦਾ ਹੈ ਜਾਂ ਕੋਈ ਸਕਿੱਲ ਦੇ ਵਿੱਚ ਅਸੀਂ ਬੱਚਿਆਂ ਨੂੰ ਕੋਈ ਸਕਿੱਲ ਸਿਖਾ ਰਹੇ ਹਾਂ, ਉਸ ਦੇ ਵਿੱਚ ਸਹੀ ਤਰੀਕੇ ਨਾਲ ਸਕਿੱਲ ਸਿੱਖ ਰਿਹਾ, ਤਾਂ ਉਸ ਨੂੰ ਉਸ ਦੇ ਚੰਗੇ ਪ੍ਰਦਰਸ਼ਨ ਲਈ ਅਸੀਂ ਉਸ ਦੇ ਵਿੱਚ ਚੇਂਜ ਕਰ ਸਕਦੇ ਹਾਂ ਕੁਛ, ਜਿੰਨਾ ਬੱਚਾ ਆਸਾਨੀ ਨਾਲ ਕਰ ਸਕੇ। ਤਾਂ ਇਹ ਇੱਕ ਪ੍ਰੋਬਲਮ ਸੋਲਵਿੰਗ ਮੈਥਡ ਵੀ ਹੋ ਸਕਦਾ ਹੈ। ਇਹ ਸਭ ਕੁਛ ਜੋ ਕਿ ਇੱਕ ਟੀਚਿੰਗ ਅਤੇ ਲਰਨਿੰਗ ਦੇ ਵਿੱਚ ਆਉਂਦਾ ਹੈ, ਇਹ ਇੱਕ ਬਹੁਤ ਹੀ ਪ੍ਰਭਾਵਿਤ ਹੋਣਾ ਚਾਹੀਦਾ ਹੈ। ਅਖੀਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਟੀਚਿੰਗ ਐਂਡ ਲਰਨਿੰਗ ਇੱਕ ਅਜਿਹਾ ਟੌਪਿਕ ਹੈ, ਇੱਕ ਸਾਨੂੰ ਇੱਕ ਚੰਗਾ ਲਰਨਰ ਵੀ ਹੋਣਾ ਚਾਹੀਦਾ ਹੈ ਅਤੇ ਚੰਗਾ ਟੀਚਰ ਵੀ ਹੋਣਾ ਚਾਹੀਦਾ ਹੈ। ਅਗਰ ਸਾਡਾ ਟੀਚਿੰਗ ਦਾ ਸਿਖਾਉਣ ਦਾ ਤਰੀਕਾ ਬਹੁਤ ਪ੍ਰਭਾਵਿਤ ਹੋਵੇਗਾ ਤਾਂ ਸਿੱਖਣ ਵਾਲੇ ਬਹੁਤ ਹੀ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਸੋ ਅਖੀਰ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਇੱਕ ਸਿੱਖਣ ਅਤੇ ਸਿਖਾਉਣ ਦਾ ਤਰੀਕਾ ਵਧੀਆ ਹੋਵੇ ਤਾਂ ਹੀ ਅਸੀਂ ਆਪਣੇ ਸਕਿੱਲ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ, ਆਪਣੇ ਪ੍ਰੋਫੈਸ਼ਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਇਸ ਲਈ ਮੈਂ ਹੁਣ ਆਪਣਾ ਟੌਪਿਕ ਖ਼ਤਮ ਕਰਦਾ ਹਾਂ। ਬਹੁਤ ਬਹੁਤ ਧੰਨਵਾਦ।